ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਨਮ ਸਾਖੀ ਭਗਵਾਨ ਸ਼੍ਰੀ ਚੰਦਰ ਜੀ ਮਹਾਰਾਜ। ਮਨ ਦਾ ਟਿਕਾਓ ਹੀ ਪ੍ਰਭੂ ਦੀ ਪ੍ਰਾਪਤੀ ਦਾ ਸਾਧਨ ਹੈ। ਵਿਦਵਾਨਾਂ ਸਹਿਤ ਸਭ ਸੰਗਤਾਂ ਭਗਵਾਨ ਸ਼੍ਰੀ ਚੰਦਰ ਜੀ ਮਹਾਰਾਜ ਦੇ ਧੂਣੇ 'ਤੇ ਆ ਕੇ ਜਮ੍ਹਾਂ ਹੋਣ ਲੱਗ ਪਈਆਂ। ਆਪਸ ਵਿੱਚ ਕਈ ਪ੍ਰਕਾਰ ਦੇ ਵਿਚਾਰ ਕੀਤੇ ਜਾ ਰਹੇ ਸਨ ਅਤੇ ਇਹ ਸੰਸ਼ਾ ਹੋ ਰਿਹਾ ਹੈ ਕਿ ਹਰ ਰੋਜ਼ ਕਥਾ ਸਰਵਣ ਕਰਨ ਨਾਲ ਮਨ ਨੂੰ ਵਿਰਾਗ ਕਿਉਂ ਨਹੀਂ ਹੁੰਦਾ। ਇਸ ਦਾ ਕੀ ਕਾਰਨ ਹੈ। ਸਭ ਨੇ ਮਿਲ ਕੇ ਮਸ਼ਵਰਾ ਪੱਕਾ ਕੀਤਾ ਕਿ ਅੱਜ ਇਹ ਪ੍ਰਸ਼ਨ ਕੀਤਾ ਜਾਵੇਗਾ ਕਿ ਕਥਾ ਦਾ ਅਸਰ ਨਾ ਹੋਣ ਦਾ ਕੀ ਕਾਰਨ ਹੈ। ਜਿਸ ਵੇਲੇ ਸੰਗਤ ਜੁੜ ਗਈ ਤਾਂ ਭਗਵਾਨ ਸ਼੍ਰੀ ਚੰਦਰ ਜੀ ਨੇ ਕਿਹਾ ਕਿ ਹੇ ਜਗਿਆਸੂ, ਅਗਰ ਕਿਸੇ ਦੇ ਮਨ ਵਿੱਚ ਕੋਈ ਸ਼ੰਕਾ ਹੈ ਤਾਂ ਪ੍ਰਸ਼ਨ ਕਰ ਲਵੋ। ਤਦ ਵਾਸੁਦੇਵ ਨੇ ਉੱਠ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ, ਅਸੀਂ ਰੋਜ਼ ਹੀ ਕਥਾ ਸਰਵਣ ਕਰਦੇ ਹਾਂ, ਮਗਰ ਸਾਡਾ ਮਨ ਬੜਾ ਡਾਵਾਂ ਡੋਲ ਰਹਿੰਦਾ ਹੈ। ਇਹ ਕਥਾ ਸੁਣਦਾ ਹੋਇਆ ਵੀ ਘਰ ਦੇ ਕੰਮਾਂ ਵੱਲ ਖਿੱਚ ਪਾਈ ਰੱਖਦਾ ਹੈ। ਕਈ ਵਾਰ ਤਾਂ ਕਥਾ ਦੀ ਯਾਦ ਹੀ ਭੁਲਾ ਦਿੰਦਾ ਹੈ। ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਕਿੱਥੇ ਬੈਠੇ ਹਾਂ। ਜਦ ਇਹ ਮਨ ਆਪਣੇ ਦਾਉ ਪੇਚ ਮਾਰਦਾ ਹੈ ਤਾਂ ਪਤਾ ਹੀ ਨਹੀਂ ਲੱਗਦਾ ਕਿ ਹੁਣ ਕਿੱਧਰ ਲੈ ਕੇ ਚਲਾ ਜਾਵੇਗਾ। ਇਹ ਮਨ ਪਾਪੀ ਕਥਾ ਦਾ ਪੂਰਾ ਅਸਰ ਵੀ ਨਹੀਂ ਹੋਣ ਦਿੰਦਾ ਹੈ। ਵਾਸੁਦੇਵ ਦੀ ਇਹ ਬੇਨਤੀ ਸੁਣ ਕੇ ਭਗਵਾਨ ਸ਼੍ਰੀ ਚੰਦਰ ਜੀ ਬੋਲੇ ਕਿ ਇਹ ਭਗਤ ਜਨੋ, ਮਨ ਬੜਾ ਪ੍ਰਬਲ ਹੈ। ਇਸ ਮਨ ਦੇ ਅੱਗੇ ਤਾਂ ਰਿਸ਼ੀਆਂ ਮੁਨੀਆਂ ਨੇ ਵੀ ਹਥਿਆਰ ਸੁੱਟ ਦਿੱਤੇ ਸਨ। ਨਾਰਦ ਆਦਿਕਾਂ ਨੂੰ ਇਸ ਮਨ ਨੇ ਭੰਬਲ ਭੂਸਿਆਂ ਵਿੱਚ ਪਾ ਦਿੱਤਾ ਸੀ, ਮਗਰ ਜਦ ਇਹ ਮਨ ਠੀਕ ਹੋਣ ਲੱਗਦਾ ਹੈ ਤਾਂ ਝੱਟ ਹੀ ਟਿਕਾਣੇ ਆ ਜਾਂਦਾ ਹੈ। ਕਿਸੇ ਵੇਲੇ ਐਵੇਂ ਠੁਣਕਾ ਲੱਗਣ ਕਰਕੇ ਹੀ ਮਨ ਸਮਝ ਜਾਂਦਾ ਹੈ। ਭਗਵਾਨ ਜੀ ਇਸ ਪਰਤਾਏ ਪੁਰਾਤਨ ਪ੍ਰਕਰਨ ਵਰਣਨ ਕਰਦੇ ਹੋਏ ਬੋਲੇ ਤੇ ਕਹਿਣ ਲੱਗੇ ਕਿ ਇੱਕ ਘੋੜਸਵਾਰ ਮੁਸਾਫਰ ਥੱਕ ਕੇ ਇੱਕ ਦਰਖਤ ਦੇ ਥੱਲੇ ਘੋੜਾ ਬੰਨ੍ਹ ਕੇ ਬੈਠ ਗਿਆ। ਉਹ ਦਰਖਤ ਪਿੰਡ ਦੇ ਨੇੜੇ ਹੀ ਸੀ, ਜਿੱਥੇ ਬਹੁਤ ਲੋਕ ਉਸ ਘੋੜਸਵਾਰ ਨੇ ਜਾਂਦੇ ਅਤੇ ਆਉਂਦੇ ਵੇਖੇ। ਇੱਕ ਪੁਰਖ ਉਸ ਘੋੜਸਵਾਰ ਨੂੰ ਪੁੱਛਿਆ ਕਿ ਇਸ ਜਗ੍ਹਾ ਲੋਕੀ ਕੀ ਕਰਨ ਜਾਂਦੇ ਹਨ, ਤਾਂ ਉੱਤਰ ਮਿਲਿਆ, ਇਸ ਮੰਦਰ ਦੇ ਵਿੱਚ ਬੜੀ ਰਸਦਾਇਕ ਕਥਾ ਹੁੰਦੀ ਹੈ। ਕਥਾਵਾਚਕ ਬੜੇ ਵਿਦਵਾਨ ਹਨ। ਉਹ ਮੁਸਾਫਰ ਦੇ ਮਨ ਵਿੱਚ ਵੀ ਕਥਾ ਸੁਣਨ ਦੀ ਇੱਛਾ ਹੋਈ ਅਤੇ ਉਹ ਕਥਾ ਸੁਣਨ ਵਾਸਤੇ ਮੰਦਰ ਵਿੱਚ ਚਲਾ ਗਿਆ। ਕਥਾਵਾਚਕ ਨੇ ਜਗਤ ਮਿਥਿਆ ਦਾ ਪ੍ਰਸੰਗ ਆਰੰਭ ਕੀਤਾ ਹੋਇਆ ਸੀ। ਭਰਥਰੀ ਦੇ ਵੈਰਾਗ ਸ਼ਕਤ ਆਦਿ ਗ੍ਰੰਥਾਂ ਦੇ ਸਲੋਕ ਉਚਾਰਨ ਕਰਕੇ ਵਿਆਖਿਆ ਕੀਤੀ ਕਿ ਜਗਤ ਮਿਥਿਆ ਹੈ, ਕੋਈ ਵਸਤੂ ਮਨੁੱਖ ਦੇ ਸਾਥ ਨਹੀਂ ਜਾ ਸਕਦੀ। ਇਹ ਜੀਵ ਨੰਗਿਆਂ ਹੀ ਆਇਆ ਹੈ ਅਤੇ ਸੰਸਾਰ ਵਿੱਚੋਂ ਨੰਗਾ ਹੀ ਜਾਵੇਗਾ। ਇਸ ਤਰ੍ਹਾਂ ਦੀ ਵੈਰਾਗਮਈ ਕਥਾ ਸੁਣ ਕੇ ਉਸ ਮੁਸਾਫਰ ਦੇ ਮਨ ਵਿੱਚ ਵਿਰਾਗ ਦੀ ਲਹਿਰ ਜਾਗ ਉੱਠੀ। ਉਸਨੇ ਘੋੜਾ ਅਤੇ ਘੋੜੇ ਉੱਤੇ ਜੋ ਸਮਾਨ ਸੀ ਸਾਰਾ ਕੁਝ ਉੱਤੇ ਹੀ ਵੰਡ ਦਿੱਤਾ ਅਤੇ ਆਪ ਮਹਾਤਮਾ ਵਾਲਾ ਸਰੂਪ ਧਾਰ ਕੇ ਤਪੱਸਿਆ ਕਰਨ ਲਈ ਚਲਾ ਗਿਆ। ਕਈ ਸਾਲ ਪ੍ਰੇਮ ਨਾਲ ਪ੍ਰਭੂ ਦੀ ਭਗਤੀ ਕਰਦਾ ਰਿਹਾ ਅਤੇ ਉਸਨੂੰ ਆਤਮਕ ਗਿਆਨ ਦੀ ਪ੍ਰਾਪਤੀ ਹੋ ਗਈ ਤੇ ਮਨ ਵਿੱਚ ਕੋਈ ਇੱਛਾ ਨਾ ਰਹੀ। ਸੁੱਤੇ ਸਿੱਧ ਉਹ ਮੁਸਾਫਰ ਉੱਠ ਕੇ ਤੁਰ ਪਿਆ ਅਤੇ ਫਿਰਦਾ ਟੁਰਦਾ ਉਹ ਉਸੀ ਬ੍ਰਿਛ ਦੇ ਥੱਲੇ ਆ ਕੇ ਬੈਠ ਗਿਆ ਤੇ ਆਰਾਮ ਕੀਤਾ। ਥੋੜ੍ਹੀ ਦੇਰ ਵਿੱਚ ਹੀ ਲੋਕਾਂ ਦੀ ਭੀੜ ਲੱਗਦੀ ਵੇਖ ਕੇ ਉਸਨੇ ਪੁੱਛਿਆ ਕਿ ਇਸ ਮੰਦਰ ਵੱਲ ਇਤਨੀ ਭੀੜ ਕਿਉਂ ਹੈ, ਲੋਕੀ ਕੀ ਕਰਨ ਜਾਂਦੇ ਹਨ। ਤਾਂ ਇੱਕ ਪੁਰਖ ਨੇ ਉੱਤਰ ਦਿੱਤਾ ਕਿ ਇਸ ਮੰਦਰ ਵਿੱਚ ਬੜੀ ਸੁੰਦਰ ਕਥਾ ਹੁੰਦੀ ਹੈ ਅਤੇ ਪੰਡਤ ਜੀ ਬੜੇ ਸਿਆਣੇ ਹਨ। ਤਾਂ ਮੁਸਾਫਰ ਨੇ ਪੁੱਛਿਆ ਕਿ ਇਹ ਕਥਾ ਕਿਤਨੀ ਦੇਰ ਤੋਂ ਹੁੰਦੀ ਹੈ। ਤਾਂ ਉਹਨਾਂ ਨੇ ਕਿਹਾ ਕਿ ਕਥਾ 20 ਸਾਲ ਤੋਂ ਇਸ ਮੰਦਰ ਵਿੱਚ ਹੁੰਦੀ ਹੈ ਅਤੇ ਇਹ ਪੰਡਤ ਜੀ 20 ਸਾਲ ਤੋਂ ਹੀ ਇੱਥੇ ਕਥਾ ਕਰਦੇ ਹਨ ਅਤੇ ਸਰੋਤੇ ਵੀ ਪਹਿਲੇ ਤੋਂ ਹੀ ਕਥਾ ਸੁਣਦੇ ਆ ਰਹੇ ਹਨ ਅਤੇ ਰੋਜ਼ ਹੀ ਜਗਿਆਸੂ ਆ ਕੇ ਕਥਾ ਸਰਵਣ ਕਰਦੇ ਹਨ। ਤਦ ਉਸ ਮਹਾਤਮਾ ਨੇ ਕਿਹਾ ਕਿ ਮੈਂ ਤਾਂ ਇੱਕ ਦਿਨ ਹੀ ਇਸ ਪੰਡਤ ਜੀ ਤੋਂ ਕਥਾ ਸੁਣੀ ਸੀ। ਉਸ ਸਮੇਂ ਮੇਰੇ ਮੂੰਹ ਤੋਂ ਇੱਕੋ ਹੀ ਉਪਦੇਸ਼ ਰੂਪੀ ਚਪੇੜ ਲੱਗੀ ਸੀ, ਜਿਸ ਚਪੇੜ ਦਾ ਸਦਕਾ 10-12 ਸਾਲ ਗੰਗਾ ਦੇ ਕਿਨਾਰੇ ਬੈਠ ਕੇ ਪ੍ਰੇਮ ਸਹਿਤ ਤਪੱਸਿਆ ਕੀਤੀ ਹੈ ਅਤੇ ਫਲ ਆਦਿ ਖਾ ਕੇ ਨਿਰਵਾਹ ਕੀਤਾ ਹੈ। ਪਰ ਧੰਨ ਇਹ ਕਥਾ ਸੁਣਨ ਵਾਲੇ ਸਰੋਤੇ ਹਨ ਜੋ ਰੋਜ਼ ਹੀ ਚਪੇੜਾਂ ਖਾ ਕੇ ਸ਼ਰਮਸਾਰ ਨਹੀਂ ਹੁੰਦੇ। ਅਤੇ ਇਹ ਪੰਡਤ ਜੀ ਵੀ ਧੰਨ ਹਨ ਜੋ ਲੋਕਾਂ ਨੂੰ ਤਾਂ ਉਪਦੇਸ਼ ਕਰਦੇ ਹਨ ਪਰ ਆਪ ਮਾਇਆ ਦੇ ਬੰਧਨਾਂ ਤੋਂ ਮੁਕਤ ਨਹੀਂ ਹੋਏ।
ਹਿਤ ਆਦਿਕ ਕਈ ਵਿਚਾਰ ਦੀਆਂ ਗੱਲਾਂ ਕਰਕੇ ਉਹ ਮਹਾਤਮਾ ਮੁੜ ਤਪੱਸਿਆ ਕਰਨ ਲਈ ਚਲੇ ਗਏ ਅਤੇ ਜਾ ਕੇ ਗੰਗਾ ਜੀ ਦੇ ਕਿਨਾਰੇ ਤਪੱਸਿਆ ਕਰਨ ਲੱਗੇ। ਭਗਵਾਨ ਸ਼੍ਰੀ ਚੰਦਰ ਜੀ ਮਹਾਰਾਜ ਬੋਲੇ, ਦੇਖੋ ਉਸ ਮੁਸਾਫਰ ਨੇ ਇੱਕ ਦਿਨ ਹੀ ਥੋੜ੍ਹਾ ਸਮਾਂ ਕਥਾ ਸੁਣ ਕੇ ਵੈਰਾਗ ਧਾਰਨ ਕਰ ਲਿਆ ਸੀ ਤੇ ਭਗਤੀ ਕਰਨ ਲੱਗਾ, ਮਗਰ ਜੋ ਸਰੋਤੇ ਕਈ ਸਾਲਾਂ ਤੋਂ ਕਥਾ ਸੁਣਦੇ ਸਨ ਉਹਨਾਂ ਅੰਦਰ ਵੈਰਾਗ ਦੀ ਕਿਰਨ ਪੈਦਾ ਨਾ ਹੋਈ ਅਤੇ ਨਾ ਕਥਾ ਕਰਨ ਵਾਲੇ ਪੰਡਤ ਨੂੰ ਕੋਈ ਵੈਰਾਗ ਹੋਇਆ ਸੀ। ਇਸ ਦਾ ਕਾਰਨ ਇਹ ਹੈ ਕਿ ਜੋ ਪ੍ਰਾਣੀ ਇੱਕ ਮਨ ਹੋ ਕੇ ਕਥਾ ਆਦਿ ਸਰਵਣ ਕਰਦਾ ਹੈ ਉਸਦੇ ਅੰਦਰ ਵੈਰਾਗ ਦੀ ਲਹਿਰ ਉੱਭਰ ਪੈਂਦੀ ਹੈ। ਜੋ ਪ੍ਰਾਣੀ ਕਥਾ ਸੁਣ ਕੇ ਅਮਲ ਨਹੀਂ ਕਰਦੇ ਹਨ ਉਹਨਾਂ ਨੂੰ ਕੋਈ ਗਿਆਨ ਆਦਿ ਪ੍ਰਾਪਤ ਨਹੀਂ ਹੁੰਦਾ। ਇਸ ਵਾਸਤੇ ਤੁਸੀਂ ਵੀ ਉਸ ਮੁਸਾਫਰ ਵਾਂਗੂ ਇੱਕ ਮਨ ਹੋ ਕੇ ਕਥਾ ਸਰਵਣ ਕਰੋ, ਜਿਸ ਕਰਕੇ ਵੈਰਾਗ ਉਤਪੰਨ ਹੋਵੇ, ਮਨ ਤਪੱਸਿਆ ਵਿੱਚ ਲੱਗੇ ਅਤੇ ਮਨੁੱਖਾ ਜਨਮ ਸਫਲਾ ਹੋਵੇ। ਇਤਨਾ ਪ੍ਰਸੰਗ ਸੁਣਾ ਕੇ ਭਗਵਾਨ ਜੀ ਨੇ ਕਥਾ ਦੀ ਸਮਾਪਤੀ ਕਰ ਦਿੱਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।